ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਸਰਕਾਰੀ ਤੋਹਫਾ ਪੈਟਰੋਲ ਦੀਆਂ ਕੀਮਤਾਂ ਸੈਂਕੜਾ ਪਾਰ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਉੱਘੇ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਆਤਿਸ਼। ਹਮੀਰ ਜੀ, ਦੇਸ਼ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘਟਣ ਦਾ ਨਾਂ ਨਹੀਂ ਲੈ ਰਹੀਆਂ, ਉਹ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ। ਪਹਿਲਾਂ ਵੀ ਕਈ ਸੂਬਿਆਂ ਦੇ ਵਿੱਚ ਪੈਟਰੋਲ ਦੀਆਂ ਕੀਮਤਾਂ ਜਿਹੜੀਆਂ ਸੈਂਕੜਾ ਪਾਰ ਕਰ ਚੁੱਕੀਆਂ ਨੇ ਤੇ ਹੁਣ ਪੰਜਾਬ ਦੇ ਵਿੱਚ ਵੀ ਪੈਟਰੋਲ ਨੇ ਜਿਹੜਾ ਹੈਗਾ ਸੈਂਕੜਾ ਪਾਰ ਕਰ ਲਿਆ। ਅਸੀਂ ਜਾਣਨਾ ਚਾਹਾਂਗੇ ਵੀ ਕਿ ਤੇਲ ਕੀਮਤਾਂ ਦੇ ਇਸ ਟਾਈਮ ਮੌਜੂਦਾ ਹਾਲਾਤ ਕੀ ਰਹਿ ਰਹੇ ਨੇ। ਅਸਲ ਦੇ ਵਿੱਚ ਤੇਲ ਲਗਾਤਾਰ ਵੱਧ ਰਿਹਾ। 4 ਮਈ ਤੋਂ ਬਾਅਦ ਹੁਣ ਤੱਕ 31 ਵਾਰ ਜਿਹੜਾ ਇਹਦਾ 'ਚ ਵਾਧਾ ਹੋ ਚੁੱਕਿਆ। ਲਗਾਤਾਰ ਵਾਧਾ ਚੱਲ ਰਿਹਾ ਤੇ ਮਤਲਬ ਕਿਤੇ ਵੀ ਕੋਈ ਰੁਕਾਵਟ ਜਾਂ ਕਿਸੇ ਇਸ ਲੈਵਲ ਦੀ ਗੱਲ ਵੀ ਨਹੀਂ ਆ ਰਹੀ ਗੌਰਮੈਂਟ ਵੱਲੋਂ ਹਜੇ ਤੱਕ ਕਿ ਇਹਦੇ ਰੁਕਣ ਦਾ ਨਾ ਹੈ, ਜੇ ਹੋਰ ਵਧਣ ਦਾ ਸੰਭਾਵਨਾ ਹੈ ਜੀ। ਔਰ ਉਹਦਾ ਅਸਰ ਇਹ ਪੈਂਦਾ ਕਿ ਲਗਾਤਾਰ ਜਿਹੜੀ ਹੁਣ ਦੀ ਸਿਚੁਏਸ਼ਨ ਹੈ ਔਰ ਇਹ ਬੜੇ ਵੱਡੇ ਪੱਧਰ 'ਤੇ ਮਹਿੰਗਾਈ ਨੂੰ ਜਨਮ ਦੇ ਰਿਹਾ ਔਰ ਮਹਿੰਗਾਈ ਸਾਰੇ ਲੋਕਾਂ ਦੇ ਤੱਕ ਜਾਊ। ਖਾਸ ਤੌਰ 'ਤੇ ਕੋਵਿਡ ਦੇ ਦੌਰਾਨ ਜਦੋਂ ਨੌਕਰੀਆਂ ਛੁੱਟ ਗਈਆਂ, ਜਦੋਂ ਲੋਕਾਂ ਦੇ ਰੁਜ਼ਗਾਰ ਤਨਖਾਹਾਂ ਦੇ ਵਿੱਚ ਕਮੀ ਹੋਈ ਹੈ, ਬਾਕੀ ਚੀਜ਼ਾਂ ਦਾ ਰੁਜ਼ਗਾਰ ਛੁੱਟਿਆ, ਉਹ ਸਾਰੇ 'ਚ ਹੀ ਲੋਕ ਮਹਿੰਗਾਈ ਤਾਂ ਹਰ ਇੱਕ ਨੂੰ ਪ੍ਰਭਾਵਿਤ ਕਰਦੀ ਹੈ। ਗਰੀਬ ਨੂੰ ਉਦੋਂ ਜ਼ਿਆਦਾ ਕਰਦੀ ਹੈ, ਮਿਡਲ ਕਲਾਸ ਨੂੰ ਵੀ ਕਰਦੀ ਹੈ ਅਤੇ ਸਾਰਿਆਂ ਨੂੰ ਕਰਦੀ ਹੈ। ਹੁਣ ਪਿਛਲੇ ਲਗਾਤਾਰ ਸਮੇਂ ਦੇ ਵਿੱਚ ਹਾਲਾਂਕਿ ਗੌਰਮੈਂਟ ਇਹ ਕਹਿੰਦੀ ਹੈ ਕਿ ਇੱਕ ਪਾਲਿਸੀ ਬਣਾਈ ਹੋਈ ਹੈ। ਪਾਲਿਸੀ ਅੱਜ ਦੀ ਨਹੀਂ ਬਣੀ ਹੋਈ। ਪੈਟਰੋਲ ਦੇ ਮਾਮਲੇ 'ਚ 2010 ਦੀ ਬਣੀ ਹੋਈ ਹੈ, ਡੀਜ਼ਲ ਦੇ ਮਾਮਲੇ 'ਚ 2014 ਦੀ ਬਣੀ ਹੋਈ ਹੈ। ਉਹ ਪਾਲਿਸੀ ਕੀ ਹੈ? ਉਹ ਪਾਲਿਸੀ ਇਹ ਹੈ ਕਿ ਡੀ ਕੰਟਰੋਲ ਹੋ ਗਿਆ ਹੁਣ ਡੀਜ਼ਲ ਅਤੇ ਪੈਟਰੋਲ, ਸਰਕਾਰੀ ਹੱਥ 'ਚ ਨਹੀਂ ਰਿਹਾ। ਜੋ ਵੀ ਦੁਨੀਆ ਪੱਧਰ ਦੇ ਉੱਤੇ ਕੱਚੇ ਤੇਲ ਦੀਆਂ ਕੀਮਤਾਂ ਹੋਣਗੀਆਂ ਉਹਦੇ ਮੁਤਾਬਕ ਰੋਜ਼ਾਨਾ ਦੇ ਲਿਹਾਜ਼ ਦੇ ਨਾਲ ਤੇਲ ਦੀਆਂ ਕੀਮਤਾਂ ਵੱਧਦੀਆਂ ਘਟਦੀਆਂ ਰਹਿਣਗੀਆਂ। ਇਹ ਕਿਹਾ ਗਿਆ ਉਦੋਂ ਤੋਂ ਲੈ ਕੇ, ਪਰ ਇਹ ਐਵੇਂ ਹੋਇਆ ਨਹੀਂ ਪਾਲਿਸੀ ਦੇ ਤੌਰ 'ਤੇ ਜਿਵੇਂ ਉਹ ਕਹਿੰਦੇ ਨੇ। ਜਿੰਨੇ ਵਾਰ ਵੀ ਤੇਲ ਦੀਆਂ ਕੀਮਤਾਂ ਘਟੀਆਂ ਜੀ, ਪਰ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੋਇਆ। ਉਹਦਾ ਕਿਉਂ ਨਹੀਂ ਹੋਇਆ? ਕਿਉਂਕਿ ਸਰਕਾਰ ਨੇ ਓਡੀਓ ਮਾਤਰਾ ਦੇ ਵਿੱਚ ਲਗਾਤਾਰ ਆਪਣੀ ਆਬਕਾਰੀ ਡਿਊਟੀ ਵਧਾਤੀ ਜਾਂ ਵੈਟ ਵਧਾਤਾ ਸੂਬਾ ਸਰਕਾਰਾਂ ਨੇ ਜੀ। ਔਰ ਜੇਕਰ ਪਹਿਲਾਂ ਦੇਖਿਆ ਜਾਏ ਕਿ 2020 ਦੇ ਸ਼ੁਰੂਆਤ ਦੇ ਦੌਰ ਦੇ ਵਿੱਚ $20 ਵੀ ਜਿਹੜਾ ਜਦੋਂ ਕੋਵਿਡ ਆ ਗਿਆ ਸੀ ਮੰਗ ਘਟ ਗਈ, ਪ੍ਰਤੀ ਬੈਰਲ $20 ਕੱਚੇ ਤੇਲ ਦੀ ਕੀਮਤ ਰਹੀ ਹੈ ਜੀ। ਤੇ ਉਦੋਂ ਵੀ ਜਦੋਂ ਥੋੜ੍ਹੇ ਸਮੇਂ ਬਾਅਦ ਕੇਂਦਰ ਦੀ ਸਰਕਾਰ ਨੇ ਲਗਾਤਾਰ ਕੀ ਕੀਤਾ ਸੀ ਕਿ 13 ਰੁਪਏ ਪ੍ਰਤੀ ਲੀਟਰ ਡੀਜ਼ਲ ਤੇ 10 ਰੁਪਏ ਜਿਹੜਾ ਉਹ ਪੈਟਰੋਲ ਵਧਾਤਾ ਸੀ। ਇੰਨਾ ਪੈਸਾ ਜਿਹੜਾ ਸੀ ਉਹ ਨਹੀਂ ਤਾਂ ਲੋਕਾਂ ਕੋਲ ਜਾਣਾ ਸੀ ਜੇਕਰ ਉਹ ਪਾਲਿਸੀ ਲਾਗੂ ਹੁੰਦੀ। ਬਿਲਕੁਲ। ਪਾਲਿਸੀ ਨਹੀਂ ਲਾਗੂ ਹੋਈ, ਲੋਕਾਂ 'ਤੇ ਉਹ ਬੋਝ ਉਸੇ ਤਰ੍ਹਾਂ ਪਾਤਾ। ਹੁਣ ਉਹ ਬੋਝ ਵੀ ਕਾਇਮ ਹੈ ਜੀ ਤੇ ਮਹਿੰਗਾਈ ਵੀ ਲਗਾਤਾਰ ਮਤਲਬ ਉਸ ਲੈਵਲ 'ਤੇ ਵੱਧਦੀ ਜਾ ਰਹੀ ਹੈ। ਇਸ ਤਰ੍ਹਾਂ ਹੁਣ ਕਿਹਾ ਜਾ ਰਿਹਾ ਕਿ 2018 ਤੋਂ ਬਾਅਦ ਇਹ ਸਭ ਤੋਂ ਬੜਾ ਮਤਲਬ ਕੱਚੇ ਤੇਲ ਦੀ ਕੀਮਤ ਦੇ ਵਿੱਚ ਲਗਭਗ $78 ਪ੍ਰਤੀ ਬੈਰਲ ਕਹਿੰਦੇ ਨੇ ਹੋ ਗਿਆ। 2018 ਤੋਂ ਪਹਿਲਾਂ ਵੀ ਸੀ, ਪਰ 2018 'ਚ ਤਾਂ ਫਿਰ ਵੀ ਇੰਨਾ ਰੇਟ ਨਹੀਂ ਸੀ। ਇੰਨਾ ਰੇਟ ਕਿਉਂ ਵੱਧ ਗਿਆ? ਬਿਲਕੁਲ। ਇਹਦਾ ਰੇਟ ਵਧਣ ਦਾ ਕਾਰਨ ਇਹ ਹੈ ਕਿ ਸਰਕਾਰਾਂ ਦੇ ਟੈਕਸ ਵੱਧ ਗਏ। ਸਰਕਾਰਾਂ ਲਗਾਤਾਰ ਲੋਕਾਂ ਤੋਂ ਟੈਕਸ ਉਗਰਾਉਂਦੀਆਂ ਆ ਰਹੀਆਂ ਨੇ ਔਰ ਉਹ ਟੈਕਸ ਨੇ ਸਰਕਾਰਾਂ ਦਾ ਖਜ਼ਾਨਾ ਜਿਹੜਾ ਉਹ ਮਾਲੋ ਮਾਲ ਕਰਤਾ ਪੂਰੀ ਤਰ੍ਹਾਂ ਹੀ ਜੀ। ਔਰ ਜੇ ਅਸੀਂ ਅੰਦਾਜ਼ਾ ਲਾਈਏ 2014-15 ਜਦੋਂ ਮੋਦੀ ਸਰਕਾਰ ਆਈ ਹੈ, ਜੀ। ਮੋਦੀ ਸਰਕਾਰ ਆਉਣ ਸਮੇਂ ਡੀਜ਼ਲ ਤੇ ਪੈਟਰੋਲ ਤੇ ਜਿਹੜਾ ਇਹਨਾਂ ਨੂੰ ਮਾਲੀਆ ਮਿਲਦਾ ਹੈ, ਜਿਹੜਾ ਰੈਵਨਿਊ ਆਉਂਦਾ ਹੈ, ਜਿੰਨਾ ਵੀ ਇਹਨਾਂ ਨੇ ਆਬਕਾਰੀ ਡਿਊਟੀ ਲਾਈ ਸੀ, ਉਹ 74,158 ਕਰੋੜ ਰੁਪਏ ਸੀ ਜੀ। ਤੇ 74,158 ਕਰੋੜ ਇਹਨਾਂ ਵੱਲੋਂ ਲਾਏ ਵਾਧੂ ਟੈਕਸਾਂ ਤੋਂ ਬਾਅਦ ਫਿਰ ਕਿੰਨਾ ਹੋ ਗਿਆ? ਫਿਰ ਹੋ ਗਿਆ ਆ ਕੇ ਇਸੇ ਜਨਵਰੀ 2021 ਦੇ ਵਿੱਚ 2,94,000 ਕਰੋੜ ਰੁਪਈਆ। ਜੀ। ਤੇ 2,94,000 ਕਰੋੜ ਤੋਂ ਬਾਅਦ ਹੁਣ ਫਿਰ ਹੋਰ ਮਹਿੰਗਾ ਹੁੰਦਾ ਜਾ ਰਿਹਾ ਹੈ। ਇਹਨਾਂ ਨੇ ਫਿਰ ਅੰਦਾਜ਼ਾ ਲਾਇਆ ਇਸ ਸਾਲ ਦੇ ਵਿੱਚ ਕਿ ਸਾਨੂੰ ਮਿਲੂਗਾ 3,20,000 ਕਰੋੜ ਰੁਪਈਆ। ਜੀ। ਪਰ ਐਤਕੀ ਤਾਂ ਹੋਰ ਵੀ 12 ਨਿਆਰੇ ਹੋ ਗਏ ਇਹਨਾਂ ਦੇ, 3,20,000 ਕਰੋੜ ਵੀ ਨਹੀਂ। ਹੁਣ ਅਨੁਮਾਨ ਹੈ ਵੀ ਜੇ ਐਂ ਰੇਟ ਵਧਿਆ ਜਿੰਨਾ ਵੱਧ ਗਿਆ, ਕੇਂਦਰ ਦੇ ਖਜ਼ਾਨੇ 'ਚ ਚਲਾ ਜਾਊਗਾ 3,60,000 ਕਰੋੜ ਰੁਪਈਆ। 40,000 ਕਰੋੜ ਰੁਪਈਆ ਵਾਧੂ ਦਾ ਚਲਾ ਜਾਏਗਾ। ਬਿਲਕੁਲ। ਇਹ ਦ੍ਰਿਸ਼ ਹੈ ਸਾਡੇ ਸਾਹਮਣੇ ਕੇਂਦਰ ਦੀ ਜਿਹੜੀ ਉਸ ਪੱਧਰ ਦੇ ਉੱਤੇ ਹੈ। ਲਗਭਗ 39% ਕੇਂਦਰੀ ਟੈਕਸ ਹੈ ਜਿੰਨਾ ਸਾਡੇ ਕੋਲ ਹੁਣ ਡੀਜ਼ਲ ਤੇ ਪੈਟਰੋਲ ਆਉਂਦਾ ਹੈ। ਜੀ। ਤੇ ਉਹਦੇ 'ਚ 22% ਤੋਂ ਸ਼ੁਰੂ ਹੋ ਕੇ ਲਗਭਗ 26-27% ਤੱਕ ਵੈਟ ਹੈ ਰਾਜਾਂ ਦਾ ਜਿਹੜਾ ਉਸ ਪਾਸੇ ਵੱਲ ਚੱਲਦਾ। ਕਰੀਬ ਇਹ 60% ਤੋਂ ਉੱਪਰ ਜਿਹੜਾ ਟੈਕਸ ਬਣ ਜਾਂਦਾ ਜਿੰਨਾ ਵੀ ਟੋਟਲ ਤੇਲ ਸਾਡੇ ਸਾਹਮਣੇ ਆਉਂਦਾ। ਇਹ ਸਭ ਤੋਂ ਬੜਾ ਸਾਡੇ ਸਾਹਮਣੇ ਇੱਕ ਨਜ਼ਰੀਆ ਹੁਣ ਤੱਕ ਲੋਕਾਂ ਨੂੰ ਇਹ ਜਾਣਨ ਦੀ ਲੋੜ ਹੈ
ਕਿ ਇੰਨਾ ਮਹਿੰਗਾ ਤੇਲ ਇਸ ਕਰਕੇ ਨਹੀਂ ਹੈ ਕਿ ਕੱਚੇ ਮਾਲ ਦੀਆਂ ਕੀਮਤਾਂ ਵਧ ਗਈਆਂ, ਇੰਨਾ ਮਹਿੰਗਾ ਤੇਲ ਇਸ ਕਰਕੇ ਹੈ ਕਿ ਟੈਕਸਾਂ ਦਾ ਭਾਰ ਪਹਿਲਾਂ ਨਾਲੋਂ ਵੀ ਕਈ ਗੁਣਾ ਜ਼ਿਆਦਾ ਵੱਧ ਗਿਆ। ਜੀ ਹਮੀਰ ਜੀ, ਅਸੀਂ ਜਾਣਨਾ ਚਾਹਾਂਗੇ ਵੀ ਕਿ ਤੇਲ ਦੀਆਂ ਕੀਮਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ, ਸਰਕਾਰਾਂ ਇੱਕ ਤਾਂ ਵਧਣ ਦੇ ਪਿੱਛੇ ਕਾਰਨ ਕੀ ਦੱਸ ਰਹੀਆਂ ਨੇ, ਇਸ ਦੇ ਨਾਲ ਹੀ ਜਿਵੇਂ ਤੁਸੀਂ ਦੱਸਿਆ ਵੀ ਕਿ ਟੈਕਸ ਵੀ ਜਿਹੜਾ ਹੈਗਾ ਨਾਲ ਨਾਲ ਵੱਧਦਾ ਜਾ ਰਿਹਾ, ਸਰਕਾਰ ਟੈਕਸ ਘਟਾਉਣ ਦਾ ਨਾਂ ਨਹੀਂ ਲੈ ਰਹੀਆਂ, ਇਸ ਨੂੰ ਤੁਸੀਂ ਕਿਵੇਂ ਦੇਖੋਗੇ? ਇਹਦੇ 'ਚ ਤਾਂ ਮਤਲਬ ਸਰਕਾਰ ਨੇ ਦੱਸਿਆ, ਸਰਕਾਰ ਪਹਿਲਾਂ ਤਾਂ ਇਹੀ ਕਹਿੰਦੀ ਹੈ, ਇੱਕ ਰਿਵਾਜ ਤਾਂ ਸਿੱਧਾ ਹੀ ਆਉਂਦਾ ਕਿ ਇਸ ਕਰਕੇ ਵੱਧ ਰਹੀ ਹੈ ਕਿਉਂਕਿ ਕੱਚੇ ਤੇਲ ਦੀਆਂ ਕੀਮਤਾਂ ਵੱਧ ਗਈਆਂ। ਉਹ ਮੈਂ ਪਹਿਲਾਂ ਕਿਹਾ ਕਿ ਕੱਚੇ ਤੇਲ ਦੀਆਂ ਕੀਮਤਾਂ ਇਕੱਲਾ ਕਾਰਨ ਨਹੀਂ ਹੈ, ਕਾਰਨ ਵੱਡਾ ਇਹ ਹੈ ਕਿ ਤੁਹਾਡੇ ਟੈਕਸ ਵੱਧਦੇ ਜਾ ਰਹੇ ਨੇ। ਦੂਜੀ ਗੱਲ ਇਹ ਹੈ ਕਿ ਜਿਹੜਾ ਪੈਟਰੋਲੀਅਮ ਮੰਤਰੀ ਹੈ ਦੇਸ਼ ਦਾ, ਮਤਲਬ ਉਹ ਇਹ ਕਹਿ ਰਿਹਾ ਲਗਾਤਾਰ ਕਿ ਇਹ ਵਾਪਸ ਲੈਣ ਦੀ ਵੀ ਗੁੰਜਾਇਸ਼ ਨਹੀਂ ਹੈ। ਅਤੇ ਉਹ ਜਿਹੜਾ ਵਾਪਸ ਲੈਣ ਦੀ ਗੁੰਜਾਇਸ਼ ਕਿਉਂ ਨਹੀਂ ਹੈ, ਕਹਿੰਦਾ ਜਿਹੜੀਆਂ ਸਕੀਮਾਂ ਅਸੀਂ ਬਣਾਈਆਂ ਨੇ ਲੋਕ ਭਲਾਈ ਦੀਆਂ, ਜਿਹੜੀਆਂ ਸਕੀਮਾਂ ਲੋਕਾਂ ਨੂੰ ਦੇਣ ਦੀਆਂ, ਕਿ ਗਰੀਬ ਕਿਸਾਨ ਯੋਜਨਾ ਬਣਾਈ ਹੈ ਅਸੀਂ, ਕੋਈ ਲੋਕਾਂ ਨੂੰ ਆ ਹੁਣ ਕੋਵਿਡ ਦੇ ਵਿੱਚ ਸਸਤਾ ਰਾਸ਼ਨ ਪਾਣੀ ਜਾਂ ਫ੍ਰੀ ਰਾਸ਼ਨ ਦੇਣਾ ਹੈ, ਇਹ ਸਾਰੀਆਂ ਗੱਲਾਂ ਜਿਹੜੀਆਂ ਸਾਡੇ ਕੋਲੋਂ ਨੇ, ਅਤੇ ਫਿਰ ਪੈਸਾ ਕਿੱਥੋਂ ਆਊਗਾ? ਪੈਸਾ ਅਸੀਂ ਇੱਥੋਂ ਹੀ ਕਮਾਉਣਾ ਹੈ ਅਤੇ ਤਾਂ ਜਾ ਕੇ ਦਿਆਂਗੇ ਜੀ। ਹੁਣ ਇਹ ਦਲੀਲ ਹੈ ਕੇਂਦਰ ਸਰਕਾਰ ਦੇ ਇੱਕ ਮੰਤਰੀ ਦੀ। ਪ੍ਰਧਾਨ ਮੰਤਰੀ ਅਜੇ ਤੱਕ ਨਹੀਂ ਬੋਲੇ। ਪ੍ਰਧਾਨ ਮੰਤਰੀ ਮਨ ਕੀ ਬਾਤ ਬਹੁਤ ਕਰਦੇ ਨੇ, ਹਰ ਵਾਰ ਕਰਦੇ ਨੇ, ਹੁਣੇ ਵੀ ਕੀਤੀ ਹੈ, ਪਰ ਤੇਲ ਦੀਆਂ ਵਧੀਆਂ ਕੀਮਤਾਂ 'ਤੇ ਉਹ ਖਾਮੋਸ਼ ਨੇ। ਉਹਨਾਂ ਨੇ ਅੱਜ ਤੱਕ ਕੁਝ ਨਹੀਂ ਕਿਹਾ ਕਿ ਗੌਰਮੈਂਟ ਦੀ ਕੋਈ ਪਾਲਿਸੀ ਕੀ ਹੈ। ਪਾਲਿਸੀ ਤਾਂ ਲਾਗੂ ਕਰਦੇ ਹੀ ਨਹੀਂ, ਆਪਣੀ ਹੀ ਪਾਲਿਸੀ ਦੇ ਖਿਲਾਫ ਭੁਗਤਦੀ ਹੈ ਗੌਰਮੈਂਟ ਹਮੇਸ਼ਾ ਹੀ। ਜਿਹੜੀ ਜੇ ਫ੍ਰੀ ਵਾਲੀ ਵੀ ਕਰਤੀ ਹੈ ਤਾਂ ਤੁਹਾਡੇ ਕੋਲ ਸੀ ਤਾਂ ਫ੍ਰੀ ਕਰ ਪਾਲਿਸੀ ਤਾਂ ਉਵੇਂ ਚੱਲਦੀ, ਜਦੋਂ ਘਟ ਗਈ ਉਦੋਂ ਖਪਤਕਾਰ ਨੂੰ ਫਾਇਦਾ ਦਿਓ, ਜਦੋਂ ਵੱਧ ਗਿਆ ਤੇਲ ਉਦੋਂ ਠੀਕ ਹੈ, ਉਹ ਪੇ ਕਰੇਗਾ। ਪਰ ਤੁਸੀਂ ਇਸ ਸਾਰੇ ਮਾਮਲੇ ਦੇ ਵਿੱਚ ਜਦੋਂ ਦੁਨੀਆ ਪੱਧਰ 'ਤੇ ਕੱਚਾ ਤੇਲ ਘਟ ਗਿਆ, ਉਦੋਂ ਤੁਸੀਂ ਲੋਕਾਂ ਦੀ ਬਜਾਏ ਸਾਰਾ ਆਪਦਾ ਖਜ਼ਾਨਾ ਭਰ ਲਿਆ ਜੀ। ਗੌਰਮੈਂਟਾਂ ਤੋਂ ਲੋਕਾਂ ਦੀ ਉਮੀਦ ਹੁੰਦੀ ਹੈ ਕਿ ਜਿਹੜੀ ਉਹ ਪਾਲਿਸੀ ਬਣਾਉਂਦੀ ਹੈ, ਹਾਲਾਂਕਿ ਉਸ ਪਾਲਿਸੀ 'ਤੇ ਵੀ ਵਿਵਾਦ ਹੈ, ਉਸ ਪਾਲਿਸੀ 'ਤੇ ਵੀ ਡਿਬੇਟ ਹੈ ਕਿ ਤੁਸੀਂ ਐਂ ਮੰਡੀ ਦੇ ਆਸਰੇ ਲੋਕਾਂ ਨੂੰ ਨਹੀਂ ਛੱਡ ਸਕਦੇ, ਗੌਰਮੈਂਟਾਂ ਦਾ ਦਖਲ ਹੋਣਾ ਚਾਹੀਦਾ ਹੈ। ਪਰ ਗੌਰਮੈਂਟ ਦਾ ਦਖਲ ਇਹਦੋਂ ਉਲਟ ਨਾ ਹੋ ਜੇ ਜਿਵੇਂ ਬਾਕੀ ਦਾ ਹੁੰਦਾ ਹੈ। ਔਰ ਗੌਰਮੈਂਟਾਂ ਇਹ ਕੰਮ ਕਰਨ ਲੱਗ ਗਈਆਂ ਨੇ, ਮੈਨੂੰ ਲੱਗਦਾ ਕਹਿੰਦੇ ਵਿਤਕਰਾ ਨਾ ਹੋਵੇ। ਆ ਪਿਛਲੇ ਦਿਨਾਂ 'ਚ ਇੱਕ ਫੈਸਲਾ ਮੈਂ ਸੁਣਿਆ ਕਿ ਪੰਜਾਬੀ ਯੂਨੀਵਰਸਿਟੀ ਦਾ ਵੀ ਕੋਈ ਹੋਇਆ, ਉਹ ਕਹਿੰਦੇ ਨੇ ਜਿਹੜੇ ਜਦੋਂ ਜੇ ਲਾਸਟ ਚਾਂਸ ਦੇਣਾ ਹੁੰਦਾ, ਜਦੋਂ ਰੀਪੀਅਰ ਦੀਆਂ ਸਾਰੀਆਂ ਲੰਘ ਜਾਣ, ਤਾਂ ਇੱਕ ਫੀਸ ਰੱਖੀ ਹੋਈ ਸੀ ਕੋਈ ਜੀ। ਫੀਸ ਕਹਿੰਦੇ ਇਹ ਰੱਖੀ ਹੋਈ ਸੀ ਕਿ ਜੇ 5000 ਰੁਪਈਆ ਇੱਥੋਂ ਵਾਲਾ ਭਰਦਾ ਅਤੇ ਬਾਹਰ ਵਾਲਾ ਮਤਲਬ ਡਾਲਰ ਦੇ ਵਿੱਚ ਦਿੰਦਾ ਤਾਂ ਉਹਦੇ ਨਾਲ ਵਿਤਕਰਾ ਹੋ ਰਿਹਾ ਜੀ, ਆਪਾਂ ਬਰਾਬਰ ਕਰੋ। ਕਹਿੰਦੇ ਉਹਦੀ ਫੀਸ 20000 ਰੁਪਏ ਬਣਦੀ ਹੈ ਅਤੇ ਆਪਣੀ ਫੀਸ 5000 ਰੁਪਏ ਬਣਦੀ ਹੈ, ਇਸ ਲਈ 5000 ਹਟਾ ਕੇ ਆਪਾਂ ਸਭ ਦੀ 20000 ਕਰ ਦਿੰਦੇ ਹਾਂ ਜੀ। ਅਤੇ ਉਹ ਫੀਸ ਦਾ ਤਰੀਕਾ ਹੁਣ ਉਹ ਕਹਿੰਦੇ ਨੇ ਵੀ ਆਪਾਂ ਸਭ 'ਤੇ ਹੀ ਜਿਹੜਾ ਇਹ ਟੈਕਸ ਪ੍ਰਣਾਲੀ ਦੇ ਵਿੱਚ ਲੋਕਾਂ ਨੂੰ ਬੈਨੀਫਿਟ ਹੋਣ ਦੀ ਬਜਾਏ ਆਪਾਂ, ਕੇਂਦਰ ਸਰਕਾਰ ਵੀ ਆਪਦਾ ਖਜ਼ਾਨਾ ਭਰ ਲੈਂਦੀ ਹੈ ਅਤੇ ਸੂਬਾ ਸਰਕਾਰਾਂ ਵੀ ਵਿੱਚ ਦੀ ਹੱਥ ਧੋ ਲੈਂਦੀਆਂ ਨੇ, ਮਤਲਬ ਚੱਲਦੀ ਗੰਗਾ 'ਚ, ਕਿ ਆਪਾਂ ਵੀ ਵੈਟ ਵਧਾ ਦਿਓ ਥੋੜ੍ਹਾ ਬਹੁਤ, ਔਰ ਸਾਰੀਆਂ ਸਰਕਾਰਾਂ ਵਧਾ ਰਹੀਆਂ ਨੇ। ਹੁਣ ਇਹਦੇ 'ਤੇ ਇੱਕ ਕੁਐਸਚਨ ਆਉਂਦਾ ਹੈ ਕਈ ਵਾਰ, ਜੇ ਕੇਂਦਰ ਸਰਕਾਰ ਨੂੰ ਕੋਈ ਪੁੱਛਦਾ, ਉਹਦਾ ਮੰਤਰੀ ਕਹਿੰਦਾ ਕਿ ਸੂਬੇ ਆਪਣੇ ਪੱਧਰ 'ਤੇ ਆਪਣੇ ਵੈਟ 'ਚ ਕਮੀ ਕਰਨ ਜੀ, ਆਪਣੇ ਵੈਟ 'ਚ ਕਮੀ ਕਰੋ। ਅਤੇ ਸੂਬਾ ਕਹਿੰਦਾ ਕਿ ਸਾਡੇ ਕੋਲ ਪੈਸਾ ਹੈ ਨਹੀਂ, ਪਹਿਲਾਂ ਹੀ ਕੇਂਦਰ ਸਰਕਾਰ ਕਮੀ ਕਰੇ ਜੀ। ਇਹ ਬਿਆਨਬਾਜ਼ੀ ਨਾਲ ਕੀ ਫਰਕ ਪਊਗਾ ਲੋਕਾਂ ਨੂੰ? ਇਸ ਬਿਆਨਬਾਜ਼ੀ ਨਾਲ ਕੋਈ ਫਰਕ ਨਹੀਂ ਪੈਣਾ। ਔਰ ਇਸ ਕਰਕੇ ਇਹ ਜਿਹੜਾ ਇੱਕ ਬਹੁਤ ਬੜਾ ਕ੍ਰਾਈਸਿਸ ਹੈ, ਜਿਹੜਾ ਸੰਕਟ ਹੈ, ਲੋਕਾਂ ਨਾਲ ਸਰੋਕਾਰ ਰੱਖਣ ਵਾਲੀਆਂ ਗੌਰਮੈਂਟਾਂ ਦੀ ਬਜਾਏ ਉਹ ਜਾਂ ਤਾਂ ਕੰਪਨੀਆਂ ਦਾ ਢਿੱਡ ਭਰ ਰਹੀਆਂ ਨੇ ਜੀ, ਜਾਂ ਸਰਕਾਰੀ ਆਪਣਾ ਖਜ਼ਾਨਾ ਭਰ ਰਹੀਆਂ ਨੇ। ਇਹ ਦੋਨੋਂ ਚੀਜ਼ਾਂ ਜਿਹੜੀਆਂ ਨੇ, ਇਹ ਬੜਾ ਵੱਡਾ ਬੋਝ ਬਣ ਕੇ ਲੋਕਾਂ 'ਤੇ ਰੂਪ ਮਤਲਬ ਸਾਹਮਣੇ ਆਇਆ ਹੈ। ਮਹਿੰਗਾਈ ਦੀ ਦਰ 3.6% ਤੋਂ ਵੱਧ ਕੇ 7.4% ਹੋ ਚੁੱਕੀ ਹੈ, ਥੋਕ ਦੀ ਉਸ ਲੈਵਲ 'ਤੇ ਮਹਿੰਗਾਈ, ਔਰ ਪਰਚੂਨ ਮਹਿੰਗਾਈ ਵੀ ਲਗਾਤਾਰ ਵੱਧਦੀ ਜਾ ਰਹੀ ਹੈ। ਇਹਦਾ ਇੰਪੈਕਟ ਅਗਲੇ ਦਿਨਾਂ 'ਚ ਸ਼ਾਇਦ ਖੁਰਾਕੀ ਵਸਤਾਂ ਦੇ ਵਿੱਚ ਵੀ ਦਿਖਾਈ ਦੇਊਗਾ ਲੋਕਾਂ ਨੂੰ। ਔਰ ਜੇਕਰ ਉਸ ਲੈਵਲ ਦਾ ਜਿਹੜਾ ਇੰਪੈਕਟ ਪਏਗਾ, ਉਹਦਾ ਕਿੰਨਾ ਜ਼ਿਆਦਾ ਲੋਕਾਂ ਦੀ ਸਿਹਤ 'ਤੇ, ਕਿੰਨਾ ਲੋਕਾਂ ਦੇ ਚੁੱਲ੍ਹਿਆਂ 'ਤੇ, ਕਿੰਨਾ ਲੋਕਾਂ ਦੀ ਰੋਜੀ 'ਤੇ ਅਸਰ ਪੈਣਾ, ਇਹ ਹਰ ਇੱਕ ਆਪਣੇ ਆਪਣੇ ਢੰਗ ਦੇ ਨਾਲ ਦੇਖੂਗਾ, ਆਪਣੇ ਜੇਬ ਦੇ ਮੁਤਾਬਕ, ਪਰ ਅਸਰ ਬਹੁਤ ਵੱਡਾ ਪੈਣਾ ਜੀ। ਹਮੀਰ ਜੀ, ਜਿਵੇਂ ਤੁਸੀਂ ਹੁਣੇ ਦੱਸ ਕੇ ਹਟੇ ਹੋ ਵੀ ਕਿ ਮਹਿੰਗਾਈ ਦੀ ਦਰ ਜਿਹੜੀ ਹੈ ਲਗਾਤਾਰ ਵੱਧਦੀ ਜਾ ਰਹੀ ਹੈ, ਅਤੇ ਉਸ ਦੇ ਨਾਲ ਹੀ ਪਿਛਲੇ 2 ਸਾਲਾਂ ਦੇ ਕਰੀਬ, ਵੀ ਕਿ ਪੌਣੇ 2 ਸਾਲਾਂ ਦੇ ਕਰੀਬ ਸਮਾਂ ਜਿਹੜਾ ਬੀਤ ਚੁੱਕਿਆ, ਲੋਕ ਕਰੋਨਾ ਕਰਕੇ ਵਿੱਤੀ ਸੰਕਟ ਦਾ ਜੂਝ ਰਹੇ ਨੇ, ਲੋਕਾਂ ਨੂੰ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ। ਅਸੀਂ ਜਾਣਨਾ ਚਾਹਾਂਗੇ, ਜਿਵੇਂ ਤੇਲ ਦੀਆਂ ਕੀਮਤਾਂ ਵੱਧ ਰਹੀਆਂ ਨੇ, ਇਹਦਾ ਲੋਕਾਂ ਦੇ ਜੀਵਨ 'ਤੇ ਕਿਸ ਤਰ੍ਹਾਂ ਦਾ ਅਸਰ ਦੇਖਣ ਨੂੰ ਮਿਲੇਗਾ? ਲੋਕਾਂ ਦੇ ਜੀਵਨ 'ਤੇ ਅਸਰ ਤਾਂ ਪੈਣਾ ਸ਼ੁਰੂ ਹੀ ਹੋ ਗਿਆ। ਲੋਕਾਂ ਦੇ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੇ ਖਰਚੇ ਨੇ, ਇੱਦੋਂ ਪਹਿਲਾਂ ਹੀ ਖੈਰ ਕਰੋਨਾ ਦੇ ਵਿੱਚ ਹੀ ਕਿਹਾ ਜਾ ਰਿਹਾ, ਸਾਡੇ ਇੱਕ ਅੰਕੜਾ ਜਿਹੜਾ ਆਇਆ ਸੀ ਦੇਸ਼ ਦਾ ਕਿ 23 ਕਰੋੜ ਲੋਕ ਗਰੀਬੀ ਦੀ ਰੇਖਾ ਤੋਂ ਹੇਠਾਂ ਚਲੇ ਗਏ ਨੇ। ਜਿਹੜਾ ਇਹਦਾ ਮਤਲਬ ਇਹ ਹੈ ਕਿ ਪਹਿਲਾਂ ਉਹ ਗਰੀਬੀ ਤੋਂ ਉੱਪਰ ਸੀ,
ਜੀ ਗਰੀਬੀ ਦੀ ਰੇਖਾ ਤੋਂ ਆਪਣਾ ਰੋਜੀ ਰੋਟੀ ਆਪਣੇ ਆਪ ਕਮਾਉਂਦੇ ਸੀ, ਆਪਣਾ ਖਾਂਦੇ ਸੀ ਤੇ ਇਹਦੇ ਨਾਲ। ਦੂਜੀ ਗੱਲ ਇਹ ਹੈ ਕਿ ਕਿੰਨੇ ਲੱਖਾਂ ਲੋਕਾਂ ਦਾ ਰੁਜ਼ਗਾਰ ਚਲਾ ਗਿਆ ਜੀ ਔਰ ਉਹਦਾ ਅੰਦਾਜ਼ਾ ਇੱਥੋਂ ਲੱਗਦਾ ਕਿ ਐਤਕੀ ਪਹਿਲੀ ਵਾਰ ਪੰਜਾਬ ਦੇ ਵਿੱਚ ਬਿਹਾਰ ਤੋਂ ਯੂਪੀ ਤੋਂ ਬਹੁਤ ਵੱਡੀ ਪੱਧਰ ਦੇ ਉੱਤੇ ਪਰਿਵਾਰਾਂ ਸਮੇਤ ਪ੍ਰਵਾਸੀ ਮਜ਼ਦੂਰ ਆਏ ਨੇ ਜੀ ਔਰ ਉਹਨਾਂ ਨੂੰ ਕੰਮ ਇਸੇ ਕਰਕੇ ਨਹੀਂ ਮਿਲਿਆ, ਲੋਕਲ ਬੰਦਿਆਂ ਦੀ ਵੀ ਦਿਹਾੜੀ ਘਟ ਗਈ ਤੇ ਉਹਨਾਂ ਨੂੰ ਵੀ ਪੂਰੇ ਦਿਨ ਕੰਮ ਨਹੀਂ ਮਿਲਿਆ। ਇਸ ਕਰਕੇ ਜਿਹੜੇ ਝੋਨੇ ਦੇ ਰੇਟ ਤੇ 5-5 ਹਜ਼ਾਰ ਦਾ ਇੱਕ ਰੌਲਾ ਪੈ ਰਿਹਾ ਸੀ ਜਾਂ ਪੰਚਾਇਤਾਂ ਸੀ, ਉਹ ਬਹੁਤ ਰੇਟ ਡਾਊਨ ਵੀ ਆਏ ਆ ਉਹਦੇ ਨਾਲ ਫਿਰ ਇਹ ਹੋਇਆ ਉਹਨਾਂ ਨੂੰ 5-5 ਕਿਉਂਕਿ ਨੰਬਰ ਇੰਨਾ ਆ ਗਿਆ, ਗਿਣਤੀ ਇੰਨੀ ਆ ਗਈ ਤੇ ਜਿਹੜੇ ਬੰਦੇ ਨੂੰ 20 ਦਿਨ 25 ਦਿਨ 30 ਦਿਨ ਕੰਮ ਮਿਲਣਾ ਸੀ ਉਹ 5-5 7-7 ਦਿਨ ਕੰਮ ਦੇ ਲੈ ਕੇ ਵਿਹਲੇ ਹੋ ਰਹੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਪਰਿਵਾਰ ਤਾਂ ਆਉਂਦਾ ਕਿਉਂਕਿ ਇੱਥੇ ਪਹਿਲਾਂ ਜਦੋਂ ਕਰੋਨਾ 'ਚ ਪਿਛਲੇ ਸਾਲ ਦੇ ਦੌਰ 'ਚ ਉਹਨਾਂ ਨੇ ਦੇਖਿਆ ਕਿ ਬੰਦਾ ਇੱਥੇ ਕੰਮ ਕਰਦਾ, ਪਰਿਵਾਰ ਉੱਥੇ ਰੁਲ ਰਿਹਾ, ਉੱਥੇ ਉਹ ਵੀ ਭੁੱਖਮਰੀ ਦੀ ਹਾਲਤ ਦੇ ਵਿੱਚ ਹੈ, ਇੱਥੇ ਇਹਦੀ ਵੀ ਸੰਕਟ ਹੈ। ਫਿਰ ਉਹਨਾਂ ਨੇ ਸੋਚਿਆ ਹੋਣਾ ਵੀ ਚਲੋ ਇਹ ਸੀਜ਼ਨ ਹੈ, ਸ਼ਾਇਦ ਖੇਤੀ ਦੇ ਵਿੱਚੋਂ ਹੀ ਕੋਈ ਰੋਜੀ ਰੋਟੀ ਮਿਲ ਜੇ। ਖੇਤੀ ਤੋਂ ਫਿਰ ਵੀ ਮਿਲੀ ਜਿੰਨੀ ਕੁ ਰੋਜੀ ਰੋਟੀ ਮਿਲੀ, ਪਰ ਇਹਦੇ ਤੋਂ ਬਾਹਰ ਤਾਂ ਉਹਨਾਂ ਲਈ ਜੌਬ ਹੈ ਹੀ ਨਹੀਂ ਨਾ, ਇਹਦੇ ਤੋਂ ਬਾਹਰ ਨੌਕਰੀ ਹੈ ਹੀ ਨਹੀਂ। ਜੇ ਨੌਕਰੀ ਹੈ ਨਹੀਂ ਇਹਦੇ ਤੋਂ ਬਾਹਰ ਤਾਂ ਉਹ ਫਿਰ ਕਿੱਥੇ ਕੀ ਕਰਨਗੇ ਔਰ ਖੇਤੀ ਦੇ ਵਿੱਚ ਕਾਸਟ ਕਿੰਨੀ ਵਧੂਗੀ ਹੁਣ ਆਉਣ ਵਾਲੇ ਦਿਨਾਂ 'ਚ। ਇਹਦਾ ਸਾਰਾ ਬੋਝ ਕਿਹਨੂੰ ਉਠਾਉਣਾ ਪਏਗਾ? ਆਮ ਲੋਕਾਂ ਨੂੰ ਹੀ ਉਠਾਉਣਾ ਪਏਗਾ ਨਾ। ਹੁਣ ਡੀਜ਼ਲ, ਪੰਜਾਬ ਦਾ ਡੀਜ਼ਲ ਜਿਹੜਾ ਜੇ ਇਕੱਲਾ ਖੇਤੀ ਦੀ ਗੱਲ ਕਰਦੇ ਹਾਂ ਤਾਂ ਤੀਜਾ ਹਿੱਸਾ ਜਿਹੜਾ ਟੋਟਲ ਡੀਜ਼ਲ ਦਾ ਉਹ ਪੰਜਾਬ ਦੀ ਖੇਤੀ ਦੇ ਖਰਚ ਹੁੰਦਾ ਜੀ। ਲਗਭਗ ਇੱਕ ਅੰਦਾਜ਼ੇ ਮੁਤਾਬਕ 11 ਤੋਂ 12 ਲੱਖ ਕਿਲੋ ਲੀਟਰ ਖਰਚ ਹੁੰਦਾ ਪੰਜਾਬ ਦੇ ਵਿੱਚ ਡੀਜ਼ਲ ਖੇਤੀ ਤੇ। 35 ਲੱਖ ਕਿਲੋ ਲੀਟਰ ਦੇ ਕਰੀਬ ਪੂਰਾ ਖਰਚ ਹੁੰਦਾ ਹੈ ਜਿਹੜਾ ਪੰਜਾਬ ਦੇ ਵਿੱਚ। ਉਹ ਜਿਹੜਾ ਬਾਕੀ ਦੇ ਬਾਣਾਂ ਦੇ ਰੂਪ ਦੇ ਵਿੱਚ ਆਊਗਾ ਉਹਦੇ ਤੇ ਵੀ ਅਸਰ ਪਊਗਾ ਤੇ ਖੇਤੀ ਵਾਲੇ ਤੇ ਤਾਂ ਸਿੱਧਾ ਅਸਰ ਪਊਗਾ ਤੇ ਉਹਦੀ ਕਾਸਟ ਆਫ ਪ੍ਰੋਡਕਸ਼ਨ ਜਿਹੜੀ ਹੈ, ਉਹਦੀ ਉਤਪਾਦਨ ਲਾਗਤ ਇੰਨੀ ਵੱਧ ਜਾਣੀ ਹੈ। ਇਸੇ ਕਰਕੇ ਇਹ ਖਦਸ਼ਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਭਾਅ ਨੇ ਖੁਰਾਕੀ ਵਸਤਾਂ ਦੇ ਵੀ ਜਿਹੜੇ ਹੁਣ ਨਹੀਂ ਲੱਗਦੇ ਉਸ ਲੈਵਲ ਤੇ, ਖੁਰਾਕੀ ਵਸਤਾਂ ਮਹਿੰਗਾਈ ਦੇ ਵਿੱਚ ਅਜੇ ਨਹੀਂ ਆਈਆਂ, ਜਾਂ ਤਾਂ ਉਹਦੇ ਭਾਅ ਬਹੁਤ ਵੱਧ ਜਾਣਗੇ ਜਾਂ ਫਿਰ ਕਿਸਾਨ ਮਾਰਿਆ ਜਾਊਗਾ। ਕਿਉਂਕਿ ਜਾਂ ਫਿਰ ਇਹ ਕਹਿਣਗੇ ਵੀ ਕਿਸਾਨ ਨੂੰ ਨਹੀਂ ਇਹਦਾ ਬੈਨੀਫਿਟ ਦੇਣਾ ਤੇ ਤੂੰ ਚੱਲ ਜਿਵੇਂ ਮਰਜੀ, ਉਹ ਕਰਜ਼ਾਈ ਹੋ ਕੇ ਖੁਦਕਸ਼ੀ ਕਰੂਗਾ। ਤੇ ਜੇ ਉਹ ਕਰਜ਼ਾਈ ਹੋ ਕੇ ਖੁਦਕਸ਼ੀ ਨਹੀਂ ਕਰੂਗਾ, ਉਹਦੇ ਤੱਕ ਖੇਤੀ ਦਾ ਪੂਰਾ ਰੇਟ ਚਲਾ ਜਾਏ ਕਿਸੇ ਤਰੀਕੇ ਦੇ ਨਾਲ ਤਾਂ ਕੰਜ਼ਿਊਮਰ ਮਰੂਗਾ ਜੀ। ਦੋਨੋਂ ਪਾਸੇ ਖਤਰਾ, ਦੋਨੋਂ ਪਾਸੇ ਆਮ ਲੋਕਾਂ ਦੇ ਲਈ ਇੱਕ ਸੰਕਟ ਹੈ ਉਸ ਪੱਧਰ ਦੇ ਉੱਤੇ ਜਿਹੜਾ ਆਏਗਾ। ਔਰ ਮਹਿੰਗਾਈ ਜਿਸ ਪੱਧਰ ਦੇ ਉੱਤੇ ਜੇ ਉਹ ਬੇਲਗਾਮ ਹੋ ਜਾਂਦੀ ਹੈ ਜਦੋਂ, ਤਾਂ ਬਹੁਤ ਸਾਰੇ ਲੋਕਾਂ ਦਾ ਜਿਹੜਾ ਖਰਚੇ ਨੇ, ਜਿਹੜੇ ਪਲਾਨਿੰਗਾਂ ਨੇ ਜ਼ਿੰਦਗੀ ਦੀਆਂ ਦੂਜੀਆਂ, ਉਹ ਖਤਮ ਹੋ ਜਾਂਦੀਆਂ ਨੇ ਕਿਉਂਕਿ ਉਹੀ ਖਾ ਜਾਂਦੀ ਆ ਉਹ ਪੈਸੇ ਜਿਹੜੇ ਜੀਵਨ ਦੇ ਵਿੱਚ ਕੋਈ ਬੰਦਿਆਂ ਨੇ ਕੰਮ ਵਿੱਢੇ ਹੁੰਦੇ ਨੇ ਤੇ ਬਾਕੀ ਦੀਆਂ ਚੀਜ਼ਾਂ ਕੀਤੀਆਂ ਹੁੰਦੀਆਂ ਨੇ। ਇਸੇ ਕਰਕੇ ਇਹ ਹੈ ਕਿ ਇਹ ਜਿਹੜਾ ਇੱਕ ਹਿੱਸਾ ਹੈ, ਮਹਿੰਗਾਈ ਤਾਂ ਵਧਣੀ ਹੈ ਕਿਉਂਕਿ ਟੋਟਲ ਟਰਾਂਸਪੋਰਟੇਸ਼ਨ ਡੀਜ਼ਲ ਤੇ ਨਿਰਭਰ ਹੈ ਜੀ। ਜਿੰਨੀ ਵੀ ਮਰਜ਼ੀ ਹੈ, ਹਰ ਕੰਮ, ਚਾਹੇ ਰੇਲਵੇ ਦਾ ਕੰਮ ਹੈ, ਚਾਹੇ ਟਰਾਂਸਪੋਰਟ ਦਾ ਕੰਮ ਹੈ, ਚਾਹੇ ਜਿੰਨੇ ਵੀ ਕੰਮ ਨੇ ਇਹਦੇ ਤੇ ਨਿਰਭਰ ਹੈ। ਉਹਦਾ ਮਾਲ ਭਾੜਾ ਵਧਣਾ ਸੁਭਾਵਿਕ ਹੈ, ਨਹੀਂ ਤਾਂ ਉਹਨਾਂ ਨੂੰ ਕੁਝ ਨਹੀਂ ਬਚੂਗਾ। ਜੇ ਨਹੀਂ ਬਚੂਗਾ ਤਾਂ ਉਹਨਾਂ ਦੀ ਟਰਾਂਸਪੋਰਟ ਦਾ ਚੱਕਾ ਜਾਮ ਹੋ ਜਾਊਗਾ, ਖੜ ਜਾਊਗੀ। ਬਿਲਕੁਲ, ਜੇ ਖੜ ਜਾਊਗੀ ਤਾਂ ਲੋਕਾਂ ਤੱਕ ਮਾਲ ਭਾੜਾ ਕਿਵੇਂ ਜਾਊਗਾ? ਇਹ ਸਾਰਾ ਹੀ ਇੱਕ ਐਸਾ BCS ਸਰਕਲ ਹੈ, ਚੱਕਰਵਿਊਹ ਹੈ ਜਿਹਨੂੰ ਕਿਹਾ ਜਾ ਰਿਹਾ ਹੈ। ਤੇ ਇਸ ਚੱਕਰਵਿਊਹ ਦੇ ਵਿੱਚ ਗੌਰਮੈਂਟ ਜਾਣਬੁੱਝ ਕੇ ਲੋਕਾਂ ਨੂੰ ਫਸਾ ਰਹੀ ਹੈ। ਇਸ ਤੋਂ ਕੱਢਣ ਦੀ ਗੱਲ ਨਹੀਂ। ਪੈਟਰੋਲੀਅਮ ਪਦਾਰਥ ਜਿਹੜੇ ਨੇ, ਜਿਹੜੇ ਜੀਵਨ ਰੇਖਾ ਦੀ ਤਰ੍ਹਾਂ ਲੋਕਾਂ ਦੀ ਮੰਨੇ ਜਾਂਦੇ ਨੇ, ਜੇਕਰ ਉਹਨੂੰ ਜੀਵਨ ਰੇਖਾ ਦੇ ਤੌਰ ਤੇ ਇੰਡਸਟਰੀ ਦੇ ਵਿੱਚ ਵੀ ਕਿੰਨਾ ਹੀ ਪੈਟਰੋਲ ਡੀਜ਼ਲ ਕਿਸੇ ਰੂਪ 'ਚ ਯੂਜ ਹੁੰਦਾ ਹੈ, ਟਰਾਂਸਪੋਰਟੇਸ਼ਨ ਦੇ ਯੂਜ ਹੁੰਦਾ, ਖੇਤੀ 'ਚ ਇਸਤੇਮਾਲ ਹੁੰਦਾ ਹੈ, ਉਹ ਸਾਰੇ ਲੋਕਾਂ ਨੂੰ ਪ੍ਰਭਾਵਿਤ ਕਰਦੀ ਚੀਜ਼ ਹੈ। ਇਹ ਬੁਨਿਆਦ ਹੈ ਮਹਿੰਗਾਈ ਦੇ ਰੂਪ ਦੇ ਵਿੱਚ, ਉਹਦਾ ਅਸਰ ਪਊਗਾ ਹੀ ਪਊਗਾ। ਔਰ ਅਜੇ ਕਿੰਨਾ ਪੈਣਾ ਜਾਂ ਕਿੰਨਾ, ਉਹ ਸਭ ਦਾ ਇੱਕ ਅੰਕੜੇ ਬਾਰ-ਬਾਰ ਸਾਹਮਣੇ ਆ ਰਹੇ ਨੇ, ਬਹੁਤ ਵੱਡੇ ਪੱਧਰ ਤੇ ਸਾਹਮਣੇ ਆ ਰਹੇ ਨੇ ਜੀ। ਹਮੀਰ ਜੀ, ਦੇਸ਼ ਦੇ ਵਿੱਚ ਜਿਵੇਂ ਤੇਲ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਨੇ, ਪਰ ਵਿਰੋਧੀ ਧਿਰ ਜੇਕਰ ਦੇਖੀਏ ਤਾਂ ਉਸ ਤਰ੍ਹਾਂ ਦੀ ਆਵਾਜ਼ ਚੁੱਕਣ 'ਚ ਕਾਮਯਾਬ ਨਹੀਂ ਹੋ ਰਿਹਾ ਜਿਸ ਤਰ੍ਹਾਂ ਵਿਰੋਧੀ ਧਿਰ ਨੂੰ ਇਹਨਾਂ ਕੀਮਤਾਂ ਖਿਲਾਫ ਕਹਿ ਲਈਏ ਜਾਂ ਕੇਂਦਰ ਸਰਕਾਰ ਦੇ ਕਾਰਗੁਜ਼ਾਰੀ ਦੇ ਖਿਲਾਫ ਆਵਾਜ਼ ਚੁੱਕਣੀ ਚਾਹੀਦੀ। ਤੁਸੀਂ ਵਿਰੋਧੀ ਧਿਰ ਦੀ ਭੂਮਿਕਾ ਨੂੰ ਕਿਵੇਂ ਦੇਖਦੇ? ਜਿਹੜੀ BJP ਸੀ ਜਦੋਂ ਇਹ ਵਿਰੋਧੀ ਧਿਰ ਸੀ ਜੀ, ਜਦੋਂ ਥੋੜ੍ਹਾ ਵੀ ਮਤਲਬ ਰੇਟ ਵੱਧਦਾ ਸੀ ਖੁਦ ਜੀ, ਔਰ ਜਿਹਦੇ ਪੁਰਾਣੇ ਬਿਆਨ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਕਈ ਵੱਡੇ ਲੀਡਰਾਂ ਦੇ ਚੱਲ ਵੀ ਰਹੇ ਨੇ, ਬਿਲਕੁਲ, ਤੇ ਉਦੋਂ ਤਾਂ ਇਹ ਕੋਈ ਝੋਟਾ ਜੋੜ ਕੇ, ਕੋਈ ਬਲਦ ਜੋੜ ਕੇ, ਕੋਈ ਪੈਦਲ ਕਦੇ ਦੁਕਾਨਾਂ ਲੱਗ ਕੇ ਸਾਰੇ ਤੁਰੇ ਫਿਰਦੇ ਸੀ ਕਿ ਡੀਜ਼ਲ ਪੈਟਰੋਲ ਐਂ ਹੋ ਗਿਆ ਜੀ, ਐਂ ਹੋ ਗਿਆ, ਹਾਹਾਕਾਰ ਮੱਚ ਗਈ। BJP ਨੇ ਬਹੁਤ ਪ੍ਰੋਟੈਸਟ ਕੀਤੇ ਤੇ ਜਿਹਦਾ ਫਾਇਦਾ ਵੀ ਪੋਲੀਟੀਕਲੀ ਲਿਆ ਜੀ। ਪਰ ਇਸ ਸਮੇਂ ਬੜੇ ਲੰਮੇ ਸਮੇਂ ਤੋਂ ਸਾਡੀ ਸਿਆਸਤ ਜਿਹੜੀ ਆ ਉਹ ਇੰਨੀ ਸੁੰਗੜ ਗਈ ਹੈ, ਉਹ ਜਾਂ ਟਵੀਟ ਕਰਨ ਤੱਕ ਸੀਮਿਤ ਹੋ ਗਈ, ਜਾਂ ਫੇਸਬੁੱਕ ਤੇ ਵੀਡੀਓ ਚਲਾਉਣ ਤੱਕ ਸੀਮਿਤ ਹੋ ਗਈ, ਜਾਂ ਪ੍ਰੈਸ ਕਾਨਫਰੰਸ ਤੱਕ ਸੀਮਿਤ ਹੋ ਗਈ ਜੀ। ਜਿਹੜੀ ਲੋਕਾਂ ਦੀ ਲਾਮਬੰਦੀ ਦਾ ਕੁਐਸਚਨ ਹੁੰਦਾ ਹੈ, ਲੋਕਾਂ ਨੂੰ ਕਿਸੇ ਚੀਜ਼ ਦੇ ਜਿਹੜੀ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ, ਉਹਦੇ ਤੇ ਇਕੱਠੇ ਕਰਕੇ ਸਰਕਾਰਾਂ ਤੇ ਦਬਾਅ ਬਣਾਉਣ ਦਾ ਮਾਮਲਾ ਹੁੰਦਾ ਹੈ ਕਿ ਸਰਕਾਰਾਂ ਨੂੰ ਉਹ ਫੈਸਲੇ ਜਿਹੜੇ ਬੇਇਨਸਾਫੀ ਵਾਲੇ ਨੇ, ਜਿਹੜੇ ਲੋਕਾਂ ਤੇ ਬੋਝ ਬਣਦੇ ਨੇ, ਉਹਨਾਂ ਨੂੰ ਵਾਪਸ ਕਰਾਉਣ ਦੇ ਲਈ ਇੱਕ ਜਦੋਜਹਿਦ ਕਰਨੀ ਹੁੰਦੀ ਹੈ।
ਉਹ ਜਦੋਜਹਿਦ ਨਦਾਰਦ ਹੈ, ਉਹ ਜਦੋਜਹਿਦ ਕਿਤੇ ਦਿਖਾਈ ਨਹੀਂ ਦੇ ਰਹੀ। ਜਿੰਨੀਆਂ ਵੀ ਵਿਰੋਧੀ ਧਿਰਾਂ ਨੇ ਉਹਨਾਂ ਦੀਆਂ ਕਈ ਸੂਬਿਆਂ 'ਚ ਸਰਕਾਰਾਂ ਵੀ ਨੇ, ਔਰ ਜਿੰਨੀਆਂ ਵਿਰੋਧੀ ਧਿਰਾਂ ਨੇ ਉਹ ਵੋਟਾਂ ਦੇ ਵਿੱਚ ਵੀ ਲੋਕਾਂ ਤੋਂ ਮੰਗ ਕਰਦੀਆਂ ਨੇ ਕਿ ਸਾਨੂੰ ਲਿਆਓ, ਔਰ ਉਹਦੇ ਲਈ ਕੋਈ ਮਾਹੌਲ ਬਣਾਉਣ ਦੀ ਕੋਸ਼ਿਸ਼ ਕੋਈ ਨਹੀਂ ਹੈ। ਨਹੀਂ ਤਾਂ ਵੱਡੇ ਪੱਧਰ ਤੇ ਸਾਰੀਆਂ ਵਿਰੋਧੀ ਧਿਰਾਂ ਦਾ ਇੱਕ ਸਾਂਝਾ ਮੋਰਚਾ ਬਣ ਕੇ ਇਹੋ ਜਿਹੇ ਮੁੱਦੇ ਜਿਹੜੇ ਲੋਕਾਂ ਨੂੰ ਸਿੱਧਾ ਪ੍ਰਭਾਵਿਤ ਕਰਦੇ ਨੇ ਉਹ ਪ੍ਰਭਾਵਿਤ ਕਰਨ ਦਾ ਗੱਲ ਨਹੀਂ। ਸਾਡੇ ਵੀ ਕੋਈ ਡਿਸਕੋਰਸ ਇਸ ਲੈਵਲ ਦਾ ਨਹੀਂ। ਇੰਨਾ ਵੱਧ ਗਿਆ ਤੇਲ ਡੀਜ਼ਲ, ਕਿਤੇ ਕੋਈ ਮੁਜ਼ਾਹਰੇ ਨਜ਼ਰ ਆ ਰਹੇ ਨੇ, ਕਿਤੇ ਕੋਈ ਪ੍ਰਦਰਸ਼ਨ ਨਜ਼ਰ ਆ ਰਹੇ ਨੇ, ਕਿਤੇ ਬਹੁਤ ਵੱਡੇ ਪੱਧਰ ਤੇ ਲੋਕ ਸੜਕਾਂ ਤੇ ਨਜ਼ਰ ਆ ਰਹੇ ਨੇ, ਕਿਉਂਕਿ ਜਿਨ੍ਹਾਂ ਦੇ ਭੂਮਿਕਾ ਨਿਭਾਉਣੀ ਹੈ ਅਗਵਾਈ ਕਰਨ ਲਈ ਵਿਰੋਧੀ ਤਰ੍ਹਾਂ ਸਿਆਸੀ ਤੌਰ ਤੇ ਜਾਂ ਜਨਤਕ ਜਥੇਬੰਦੀਆਂ, ਉਹ ਨਹੀਂ ਹੈ। ਹਾਂ, ਕਿਸਾਨੀ ਦੇਸ਼ ਦੀ ਇੱਕ ਹੋਰ ਸੰਘਰਸ਼ 'ਚ ਲੱਗੀ ਹੋਈ ਹੈ ਪਹਿਲਾਂ ਹੀ, ਆਪਣੇ ਸੰਘਰਸ਼ 'ਚ। ਉਹਦੇ ਤੋਂ ਹੀ ਜੇ ਤੁਸੀਂ ਉਮੀਦ ਕਰਦੇ ਹੋ ਕਿ ਸਭ ਕੁਝ ਹੀ ਉਹ ਕਰੇ, ਫਿਰ ਜਿਹੜੀਆਂ ਸਿਆਸੀ ਧਿਰਾਂ ਨੇ ਉਹਨਾਂ ਦਾ ਮਤਲਬ ਕੀ ਬਚਿਆ? ਫਿਰ ਤਾਂ ਕੋਈ ਮਤਲਬ ਨਹੀਂ। ਹਾਲਾਂਕਿ ਕਿਸਾਨਾਂ ਨੇ ਆਪਣੇ ਪੱਧਰ ਤੇ ਫਿਰ ਵੀ ਉਹਦੇ ਤੇ ਮਤਲਬ ਪ੍ਰੈਸ ਨੋਟ ਦਿੱਤੇ, ਜਿਹੋ ਜਿਹੇ ਸਰਕਾਰਾਂ ਨੇ ਪਾਰਟੀਆਂ ਨੇ ਦਿੱਤੇ, ਕਿਸਾਨਾਂ ਨੇ ਵੀ ਦਿੱਤੇ। ਕੱਲ੍ਹ ਨੂੰ ਸਮਰਾਲੇ ਦੇ ਵਿੱਚ ਇੱਕ ਵੱਡਾ ਇਕੱਠ ਹੋ ਵੀ ਰਿਹਾ ਕਿਸਾਨਾਂ ਦਾ ਇਸ ਤਰੀਕੇ ਨਾਲ ਕਿ ਤੇਲ ਦੀਆਂ ਕੀਮਤਾਂ ਦੇ ਖਿਲਾਫ, ਤਾਂ ਕਿ ਉਹ ਤੋਂ ਬਾਅਦ ਫਿਰ ਸ਼ਾਇਦ ਲੜੀ ਵੀ ਤੁਰ ਪਏ ਵੱਖ-ਵੱਖ ਥਾਵਾਂ 'ਤੇ। ਪਰ ਇਹ ਪੂਰੇ ਦੇਸ਼ ਦਾ ਮੁੱਦਾ ਹੈ, ਹਰ ਗੱਲ ਸਾਡੇ ਸੂਬੇ ਦਾ ਮਤਲਬ ਨਹੀਂ ਹੈ। ਸਾਰੇ ਦੇਸ਼ ਦੇ ਵਿੱਚ ਹੀ ਲੋਕਾਂ ਦੇ ਵਿੱਚ ਬਹੁਤ ਵੱਡਾ ਸਵਾਲ ਹੈ, ਔਰ ਉਸ ਸਵਾਲ ਦੇ ਵਾਸਤੇ ਜਮਹੂਰੀਅਤ ਦੇ ਵਿੱਚ ਇੱਕੋ ਇੱਕ ਰਸਤਾ ਹੁੰਦਾ ਹੈ, ਸ਼ਾਂਤਮਈ ਤਰੀਕੇ ਦੇ ਨਾਲ ਵੱਡੇ ਪੱਧਰ 'ਤੇ ਇਕੱਠ ਕਰਕੇ ਇੱਕ ਆਵਾਜ਼ ਬੁਲੰਦ ਕਰਨਾ, ਹੋਰ ਕੋਈ ਤਰੀਕਾ ਨਹੀਂ ਹੈ। ਹਮੀਰ ਜੀ, ਹੁਣ ਇੱਕ ਵੱਡਾ ਸਵਾਲ ਇਹ ਖੜਾ ਹੋ ਰਿਹਾ ਵੀ ਕਿ ਜਿਵੇਂ ਦਾ ਸਰਕਾਰ ਦਾ ਰਵੱਈਆ ਦੇਖਣ ਨੂੰ ਮਿਲ ਰਿਹਾ, ਤਾਂ ਹੁਣ ਆਉਣ ਵਾਲਾ ਭਵਿੱਖ ਕਿਹੋ ਜਿਹਾ ਹੋ ਸਕਦਾ? ਨਹੀਂ, ਅਜੇ ਤਾਂ ਸਰਕਾਰ ਦਾ ਰਵੱਈਆ ਇਹੀ ਹੈ, ਦੋਨੋਂ ਸਰਕਾਰਾਂ ਦਾ। ਉਹ ਇੱਕ ਦੂਜੇ ਤੇ ਨੂੰ ਕਹਿ ਰਹੀਆਂ ਨੇ ਕਿ ਤੁਸੀਂ ਘਟਾਓ, ਔਰ ਮਹਿੰਗਾਈ ਲਗਾਤਾਰ ਵੱਧ ਰਹੀ ਹੈ ਤੇ ਅੱਗੇ ਵਧਣ ਦੀ ਸੰਭਾਵਨਾ, ਜਿਹੜਾ ਐਟੀਚਿਊਡ ਹੈ। ਮੈਨੂੰ ਲੱਗਦਾ ਕਿ ਸਰਕਾਰ ਨੂੰ ਇਸੇ ਕਰਕੇ ਲੱਗਦਾ ਕਿ ਲੋਕ ਤਾਂ ਚਲੋ ਸ਼ਾਇਦ ਸੰਤੁਸ਼ਟੀ ਨੇ, ਬੋਲ ਤਾਂ ਰਹੇ ਨਹੀਂ, ਤੇ ਜਾਂ ਬੋਲਦੇ ਨੇ ਤਾਂ ਮਾੜਾ ਮੋਟਾ ਬੋਲਦੇ ਨੇ, ਅਸੀਂ ਆਪਾਂ ਕੰਮ ਚਲਾਈ ਜਾਓ, ਕੋਈ ਫਰਕ ਨਹੀਂ ਪੈਂਦਾ ਜਿੱਡਾ ਮਰਜ਼ੀ ਬਣਨੇ। ਔਰ ਫਰਕ ਤਾਂ ਕੇਵਲ ਇਸੇ ਲਈ ਪਊਗਾ ਕਿ ਜੇਕਰ ਲੋਕ, ਜਿਵੇਂ ਖਾਸ ਤੌਰ ਦੇ ਉੱਤੇ ਪੂਰੇ ਦੇਸ਼ ਦੇ ਬਾਕੀ ਲੋਕ ਨੇ, ਅਜੇ 5 ਰਾਜਾਂ 'ਚ ਚੋਣਾਂ ਆ ਰਹੀਆਂ ਨੇ 22 'ਚ, ਉਹਦਾ ਵੀ ਸਰਕਾਰ ਨੂੰ ਜੇ ਨਹੀਂ ਤੇ ਹੋ ਸਕਦਾ ਸਰਕਾਰ ਉਦੋਂ ਤੱਕ ਹੋਰ ਮਲਾਈ ਚੱਟ ਲੇ ਤੇ ਨੇੜੇ ਜਾ ਕੇ ਕਹਿ ਦੇ ਕਿ ਚਲੋ ਜੀ ਆਪਾਂ ਇਹ ਕਰਦੇ ਹਾਂ। ਵੈਸੇ ਤਾਂ ਗੌਰਮੈਂਟ ਇੱਕ ਏਜੰਸੀ ਹੈ ਇੰਡੀਪੈਂਡੈਂਟ, ਜਿਹੜੀ ਕਾਰਪੋਰੇਟ ਦੀ ਹੈ, ਮੂਡੀ ਏਜੰਸੀ ਉਹਨੂੰ ਕਿਹਾ ਜਾਂਦਾ, ICRA, ਜਿਹੜੀ ਇਨਵੈਸਟਮੈਂਟ ਇਨਫੋਰਮੇਸ਼ਨ ਨਾਲ ਸੰਬੰਧਿਤ ਏਜੰਸੀ ਹੈ। ਉਹਨੇ ਇਹ ਕਿਹਾ ਕੱਲ੍ਹ ਕਿ ਗੌਰਮੈਂਟ ਆਫ ਇੰਡੀਆ ਜੇ 4.5 ਰੁਪਏ ਪਰ ਲੀਟਰ ਡੀਜ਼ਲ ਤੇ ਪੈਟਰੋਲ ਦਾ ਰੇਟ ਘਟਾ ਦਿੰਦੀ ਹੈ ਤਾਂ ਵੀ ਉਹਦੇ ਮਾਲੀਏ 'ਤੇ ਕੋਈ ਫਰਕ ਨਹੀਂ ਪਊਗਾ, ਕਿਉਂਕਿ ਉਹ ਕਹਿੰਦੇ ਨੇ ਕਿ ਪਿਛਲੇ ਮੁੱਢਲੇ ਸਾਲ ਦੇ ਸ਼ੁਰੂ 'ਚ ਤੇ ਅੱਜ ਮੰਗ ਦੇ ਵਿੱਚ ਇੰਨਾ ਵਾਧਾ ਹੋਇਆ ਉਹਦੇ ਮੁਕਾਬਲੇ, ਤੇ ਉਹ ਮੰਗ ਦੇ ਵਾਧੇ ਨਾਲ ਉਹਨਾਂ ਦਾ ਜਿਹੜਾ ਟਾਰਗੇਟ ਹੈ 3,20,000 ਕਰੋੜ ਰੁਪਏ ਦਾ, ਉਹ ਪੂਰਾ ਹੋ ਜਾਂਦਾ ਹੈ। ਤਾਂ ਇਸੇ 4.5 ਰੁਪਏ ਨਾਲ 40,000 ਕਰੋੜ ਰੁਪਏ ਦਾ ਲੋਕਾਂ ਨੂੰ ਫਾਇਦਾ ਕਰ ਸਕਦੀ ਹੈ ਸਰਕਾਰ, ਜੇ ਲਾਲਚ ਛੱਡੇ, ਜਿੰਨਾ ਟਾਰਗੇਟ ਆ ਉਹ ਪੂਰਾ ਹੋ ਜੇ, ਟਾਰਗੇਟ ਵੀ ਅਚੀਵ ਕਰ ਲੇ। ਪਰ ਉਹਦੀ ਨੀਅਤ ਸਰਕਾਰ ਦੀ ਉਹਨੇ ਤੇ ਵੀ ਨਹੀਂ ਲੱਗਦੀ ਹੈ ਜੇ ਕਿ ਉਹ 40,000 ਕਰੋੜ ਵੀ ਛੱਡਣਾ ਨਹੀਂ ਚਾਹੁੰਦੀ ਕਿ ਆ ਜੇ। ਇਸ ਸਮੇਂ ਕਰੋਨਾ ਦੇ ਦੌਰ ਦੇ ਵਿੱਚੋਂ ਲੰਘਦੇ ਸਮਾਜ ਦੇ ਸਮੇਂ, ਜਦੋਂ ਅਰਥ ਵਿਵਸਥਾ ਪਟੜੀ ਤੋਂ ਉਤਰੀ ਪਈ ਹੈ, ਜਦੋਂ ਬੇਰੁਜ਼ਗਾਰ ਸੜਕਾਂ 'ਤੇ ਡਾਂਗਾਂ ਖਾ ਰਹੇ ਨੇ, ਜਦੋਂ ਅੱਗੇ ਕੋਈ ਉਮੀਦ ਅਜੇ ਅਰਥ ਵਿਵਸਥਾ ਦੇ ਉੱਪਰ ਜਾਣ ਦੀ ਨਹੀਂ ਹੈ, ਉਦੋਂ ਸਰਕਾਰੀ ਧਿਰ ਦੇ ਵੱਲੋਂ ਕੋਈ ਕਦਮ ਨਾ ਉਠਾਉਣਾ, ਇਹ ਬਹੁਤ ਖਤਰਨਾਕ ਰੁਝਾਨ ਹੁੰਦਾ। ਤੇ ਇਹ ਖਤਰਨਾਕ ਰੁਝਾਨ ਬੜਾ ਸਮਾਜ ਦੇ ਖਿਲਾਫ ਵੀ ਭੁਗਤਦਾ ਤੇ ਪੂਰੇ ਲੋਕਾਂ ਦੇ ਖਿਲਾਫ ਵੀ ਭੁਗਤਦਾ। ਤੇ ਲੋਕ ਇਸ ਸਮੇਂ ਦੇ ਦੌਰਾਨ ਫਿਰ ਕੀ ਕਰਨਗੇ? ਕਰਜ਼ਾਈ ਹੋਣਗੇ, ਹੋਰ ਦੁੱਖਾਂ ਤਕਲੀਫਾਂ 'ਚ ਜਾਣਗੇ। ਤਾਂ ਉਹਦੇ 'ਚੋਂ ਜੇ ਜਨਤਕ ਅੰਦੋਲਨ ਨਹੀਂ ਉੱਭਰਦੇ ਕੋਈ, ਤਾਂ ਹੋਰ ਕਿਸਮ ਦੀਆਂ ਜਿਹੜੀਆਂ ਅਲਾਮਤਾਂ ਨੇ, ਜਾਂ ਉਹਨਾਂ ਨੂੰ ਐਕਸਪਲੋਇਟ ਕਰਕੇ ਲੋਕ ਹੋਰਾਂ ਪਾਸੇ ਵੀ ਉਲਝਾ ਸਕਦੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ, ਉਹ ਸੰਕਟ ਪੈਦਾ ਹੋ ਸਕਦੇ ਨੇ ਇਸ ਸਮਾਜ ਦੇ ਵਿੱਚ। ਸਮਾਜ ਇੰਨਾ ਖਾਣ ਤੋਂ ਬਿਨਾਂ, ਪੀਣ ਤੋਂ ਬਿਨਾਂ, ਤੁਰਨ ਫਿਰਨ ਤੋਂ ਬਿਨਾਂ ਰਹਿ ਨਹੀਂ ਸਕਦਾ ਹੁੰਦਾ। ਉਹਨੂੰ ਜ਼ਬਰਦਸਤੀ ਕਰਕੇ ਤੁਸੀਂ ਕਿੰਨਾ ਕੁ ਚਿਰ ਨਿਚੋੜ ਲਓਗੇ? ਇਹ ਸਮਾਜ ਦੇ ਲੋਕਾਂ ਨੂੰ ਨਿਚੋੜਨ ਦਾ ਕੰਮ ਹੈ ਇੱਕ ਤਰੀਕੇ ਦੇ ਨਾਲ, ਆਪਣੀ ਤਾਕਤ ਦੇ ਜ਼ੋਰ, ਜਾਂ ਲੋਕਾਂ ਦੀ ਜਿਹੜੀ ਸਰਾਫਤ ਹੈ, ਜਾਂ ਗੈਰ ਜਾਗਰੂਕਤਾ ਕਹੋ ਕਿ ਉਹਨੇ ਜਾਗਰੂਕ ਨਹੀਂ ਜਾਂ ਉਹਨੇ ਲਾਮਬੰਦ ਨਹੀਂ ਹੈ, ਉਹਦੀ ਗੈਰ ਹਾਜ਼ਰੀ 'ਚ ਸਰਕਾਰਾਂ ਨੂੰ ਖੁਦ ਵੀ ਸੰਵੇਦਨਸ਼ੀਲ ਹੋਣ ਦੀ ਲੋੜ ਹੈ। ਜੇ ਸਰਕਾਰਾਂ ਸੰਵੇਦਨਸ਼ੀਲ ਨਹੀਂ ਹੁੰਦੀਆਂ ਤਾਂ ਮੋੜਵੇਂ ਰੂਪ ਦੇ ਵਿੱਚ ਜੇ ਇਸ ਜਮਹੂਰੀਅਤ ਨੂੰ ਬਚਾਉਣਾ ਹੈ, ਜੇ ਲੋਕਾਂ ਦੀਆਂ ਜੇਬਾਂ 'ਤੇ ਡਾਕਾ ਵੱਜਣੋਂ ਹਟਾਉਣਾ ਹੈ, ਤਾਂ ਕੇਂਦਰ ਸਰਕਾਰ ਦੇ ਖਿਲਾਫ ਖਾਸ ਤੌਰ 'ਤੇ ਤੇ ਆਮ ਤੌਰ 'ਤੇ ਸਟੇਟ ਗੌਰਮੈਂਟਾਂ ਦੇ ਵੀ ਬੈਟ ਦੇ ਖਿਲਾਫ ਇੱਕ ਵੱਡੀ ਜੱਦੋਜਹਿਦ ਦੀ ਉਮੀਦ ਕਰਨੀ ਚਾਹੀਦੀ ਹੈ। ਤੇ ਵੱਡੀ ਜੱਦੋਜਹਿਦ ਨਾਲ ਹੀ ਇਸ ਦਾ ਕੋਈ ਹੱਲ, ਇਸ ਦਾ ਕੋਈ ਸੋਲੂਸ਼ਨ ਨਿਕਲੇਗਾ। ਔਰ ਇਹ ਟੈਕਸ ਦੇ ਵਿੱਚ ਕਟੌਤੀ ਦਾ ਜਿਹੜਾ ਕੁਐਸਚਨ ਹੈ, ਇਹ ਸਭ ਤੋਂ ਵੱਡੀ ਮੰਗ ਦੇ ਤੌਰ 'ਤੇ ਹੋਣਾ ਚਾਹੀਦਾ ਹੈ। ਔਰ ਜੇ ਉਹ ਕਟੌਤੀ ਉਸ ਪੱਧਰ ਦੇ ਉੱਤੇ ਹੁੰਦੀ ਹੈ ਤਾਂ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ।
ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।